ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਵਿੰਦ। ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਹ ਖਾਕ ਤੋਦਾ ਬਨਵਾਵਹਿ ਬਲ ਤੇ ਲੈਸਾਂ ਸਕਲ ਤੁਸਾਵਹਿ। ਰਾਖਹਿ ਦੀਰਘ ਦੂਰ ਨਿਸ਼ਾਨਾ ਹਤਹਿ ਬੀਚ ਤੇ ਛੂਟਹਿ ਬਾਨਾ। ਦੀਹ ਖਾਕ ਤੋਦਾ ਬਨਵਾਵਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਗਰੀਬ ਨਿਵਾਜ ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਰਹੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ। ਸਤ ਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸੁਣੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸੁਣਾਏ ਜਾ ਰਹੇ ਸਨ। ਸਤਿਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਭੀਮ ਚੰਦ ਕਹਿਲੂਰੀਆ ਪਹਾੜੀ ਰਾਜਾ ਆਇਆ। ਸਤਿਗੁਰਾਂ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਠਹਿਰ ਕੇ ਆਪਣਾ ਇੱਕ ਰਾਤ ਦਾ ਉਸਨੇ ਡੇਰਾ ਕੀਤਾ ਹੈ। ਅਗਲੇ ਦਿਨ ਤੱਕ ਸਤਿਗੁਰੂ ਜੀ ਦੇ ਪਾਸ ਰਿਹਾ ਹੈ। ਪਹਿਲੇ ਦਿਨ ਗੁਰੂ ਮਹਾਰਾਜ ਸਾਹਿਬ ਨੇ ਤਿਸ ਨੂੰ ਪੰਚ ਕਲਾ ਸ਼ਸਤਰ ਚੌਂਕੀ ਔਰ ਹੋਰ ਕੁਝ ਵਸਤੂਆਂ ਵਿਖਾਈਆਂ। ਅਗਲਾ ਦਿਨ ਹੋਣ 'ਤੇ ਮਹਾਰਾਜ ਸਾਹਿਬ ਨੇ ਤਿਸ ਦੀ ਇੱਛਾ ਅਨੁਸਾਰ ਉਸ ਨੂੰ ਪ੍ਰਸਾਦੀ ਹਾਥੀ ਔਰ ਬਹੁਤ ਕੀਮਤੀ 2.5 ਲੱਖਾ ਤੰਬੂ ਦਿਖਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ
ਇਵੇਂ ਠਹਿਰ ਕੇ ਪਹਿਲਾਂ ਤਾਂ ਇਸ ਨੇ ਸ਼ਰਧਾ ਮਨ ਵਿੱਚ ਕੀਤੀ ਕਿ ਗੁਰੂ ਕਾ ਸਿੱਖ ਬਣ ਜਾਵਾਂ। ਫਿਰ ਸੋਚਿਆ ਕਿ ਜੇ ਸਿੱਖ ਬਣ ਗਿਆ ਤਾਂ ਹੋਰ ਪਹਾੜੀ ਰਾਜਿਆਂ ਨੇ ਮੈਨੂੰ ਨਿੰਦਣਾ ਹੈ, ਇਸ ਲਈ ਨਾ ਹੀ ਸਿੱਖ ਬਣਾ। ਅਗਲਾ ਦਿਨ ਹੋਣ 'ਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸੋਂ ਵਿਦਾ ਹੋਇਆ ਹੈ। ਮਨ ਵਿੱਚ ਜਾਂਦਿਆਂ ਇਸ ਨੇ ਸੋਚਿਆ ਹੈ ਕਿ ਗੁਰੂ ਮਹਾਰਾਜ ਸਾਹਿਬ ਦੇ ਪਾਸ ਜੋ ਵੀ ਕੀਮਤੀ ਵਸਤੂਆਂ ਨੇ ਕਿਸੇ ਨਾ ਕਿਸੇ ਤਰ੍ਹਾਂ ਮੈਂ ਪ੍ਰਾਪਤ ਕਰ ਲਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਵਿਦਾ ਹੋ ਕੇ ਰਾਹ ਵਿੱਚ ਜਾਂਦਿਆਂ ਹੋਇਆਂ ਕਈ ਤਰ੍ਹਾਂ ਦੀਆਂ ਸੋਚਾਂ ਸੋਚੀਆਂ ਉਸਨੇ ਕਿ ਛਲ ਕਪਟ ਕਰਕੇ ਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਕੀਮਤੀ ਚੀਜ਼ਾਂ ਪ੍ਰਾਪਤ ਕਰਾਂਗਾ। ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਹੈ, ਤਿਵੇਂ ਕਵੀ ਜੀ ਨੇ ਸੁਣਾਉਣਾ ਆਰੰਭ ਕੀਤਾ ਹੈ। ਆਓ ਪ੍ਰੇਮ ਸ਼ਰਧਾ ਭਾਵਨਾ ਸਹਿਤ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੁਆਰਾ ਸਰਵਣ ਦਰਸ਼ਨ ਕਰਨ ਦੀ ਭਾਵਨਾ ਨਾਲ ਕਥਾ ਸੁਣਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੀਹ ਖਾਕ ਤੋਦਾ ਬਨਵਾਵਹਿ। ਤੇ ਜਿਵੇਂ ਕਵੀ ਜੀ ਦੱਸਦੇ ਹਨ ਕਿ ਬਹੁਤ ਵੱਡਾ ਜੋ ਖਾਕ ਤੋਦਾ ਹੈ, ਨਿਸ਼ਾਨੇ ਲਾਉਣ ਵਾਸਤੇ, ਤੀਰ ਅੰਦਾਜ਼ੀ ਦਾ, ਧਨੁਖ ਦਾ ਅਭਿਆਸ ਵਧਾਉਣ ਵਾਸਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨਾ ਇੱਕ ਤਿਆਰ ਕਰਵਾਇਆ ਹੈ। ਖਾਕ ਤੋਦਾ ਭਾਵ ਕੇ ਬਹੁਤ ਜ਼ਿਆਦਾ ਮਿੱਟੀ ਦਾ ਢੇਰ ਜਿਹਾ ਬਣਵਾਇਆ ਹੋਇਆ, ਬਲ ਤੇ ਲੈਸਾਂ ਸਕਲ ਤਸਾਵਹਿ। ਤੇ ਜਿਸ ਦੁਆਰਾ ਬਹੁਤ ਬਲ ਲਗਾ ਕੇ ਜੋ ਧਨੁਖ ਚਲਾਉਣ ਦਾ ਅਭਿਆਸ ਜਦੋਂ ਕੀਤਾ ਜਾਂਦਾ ਹੈ, ਧਨੁਖ ਦੇ ਚਿੱਲੇ ਵਿੱਚ ਉਹ ਤੀਰ ਜੋ ਬਣੇ ਹੁੰਦੇ ਹਨ ਕੇਵਲ ਅਭਿਆਸ ਕਰਨ ਵਾਸਤੇ। ਕਵਾਦਾ ਵੀ ਜੋ ਧਨੁਖ ਵੀ ਐਸਾ ਹੈ ਜਿਹੜਾ ਕੇਵਲ ਅਭਿਆਸ ਵਾਸਤੇ ਹੁੰਦਾ ਹੈ, ਔਰ ਤਿਸ ਵਿੱਚ ਲੈਸਾਂ ਕਹੇ ਜਾਂਦੇ ਜੋ ਤੀਰ ਹੈ, ਜੋ ਭਾਰੇ ਜਿਹੇ ਹੁੰਦੇ ਹੈ, ਜਿਨ੍ਹਾਂ ਨੂੰ ਚਲਾਉਣ ਨਾਲ ਧਨੁਖ ਚਲਾਉਣ ਦਾ, ਤੀਰ ਚਲਾਉਣ ਦਾ ਬਹੁਤਾ ਅਭਿਆਸ ਹੁੰਦਾ ਹੈ, ਅਭਿਆਸ ਵਾਸਤੇ ਹੁੰਦੇ ਹਨ। ਇਸ ਪ੍ਰਕਾਰ ਬਹੁਤੇ ਬਲ ਦੇ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਵਾਦਾ ਧਨੁਖ ਦੇ ਵਿੱਚ ਤੀਰ ਜੜ ਕੇ ਨਿਸ਼ਾਨੇ ਵੱਲ ਨੂੰ ਸੇਧ ਦੇ ਸਤਿਗੁਰੂ ਜੀ ਤੀਰ ਛੱਡਦੇ ਹਨ। ਰੱਖਹਿ ਦੀਰਘ ਦੂਰ ਨਿਸ਼ਾਨਾ। ਤੇ ਦੂਰ ਤੱਕ ਨਿਸ਼ਾਨਾ ਰੱਖਦੇ ਹਨ, ਜਿਸ ਨਿਸ਼ਾਨੇ ਨੂੰ ਸਿੱਧਣਾ ਹੈ। ਹਤਹਿ ਬੀਚ ਤੇ ਛੁਟਹਿ ਬਾਨਾ। ਤੇ ਜਿਸ ਵੇਲੇ ਧਨੁਖ ਦੇ ਚਿੱਲੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਤੰਦੀ ਨੂੰ ਤਾਣ ਕਰਕੇ ਕੰਨ ਤੱਕ ਤੀਰ ਮਹਾਰਾਜ ਸਾਹਿਬ ਜੀ ਛੱਡਦੇ ਹਨ, ਤਾਂ ਨਾਲ ਹੀ ਨਿਸ਼ਾਨੇ ਨੂੰ ਵਿੰਨ੍ਹਦੇ ਹਨ। ਦੂਰ ਦਰਾਜ਼ੀ ਕਿਤਕ ਪ੍ਰਹਾਰ ਹੈ। ਤੇ ਕਿੰਨੀ ਕੁ ਦੂਰ ਤੱਕ ਸਤਿਗੁਰੂ ਜੀ ਦਾ ਤੀਰ ਜਾਂਦਾ ਹੈ। ਕੋਸਨ ਲਗ ਪਹੁੰਚਹਿ ਨਾ ਨਿਹਾਰ ਹੈ। ਤੇ ਇਸ ਪ੍ਰਕਾਰ ਦਾ ਨਿਸ਼ਾਨਾ ਮਹਾਰਾਜ ਸਾਹਿਬ ਜੀ ਲਗਾਉਂਦੇ ਹੈ, ਜਿਹੜਾ ਬੜੀ ਦੂਰ ਤੱਕ ਪਹੁੰਚ ਸਕਦਾ ਹੈ, ਔਰ ਜੋ ਫਿਰ ਕਿਸੇ ਨੂੰ ਦਿਸਦਾ ਵੀ, ਨਜ਼ਰ ਵੀ ਨਹੀਂ ਆਉਂਦਾ। ਜਿਤਕ ਸਰਾਸਨ ਵਿਦਿਆ ਹੋਤ। ਤੇ ਜਿੰਨੀ ਕੋ ਧਨੁਖ ਚਲਾਉਣ ਦੀ ਵਿਦਿਆ ਹੁੰਦੀ ਹੈ, ਭਟਨ ਦਿਖਾਵਹਿ ਕਰਨ ਉਦੋਤ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਹੱਥਾਂ ਦੇ ਨਾਲ ਉਹ ਧਨੁਖ ਵਿਦਿਆ ਕਰਕੇ ਵਿਖਾਉਂਦੇ ਹਨ ਸੂਰਮਿਆਂ ਨੂੰ, ਉਤਸ਼ਾਹ ਸੂਰਮਿਆਂ ਦਾ ਵਧਾਉਣ ਵਾਸਤੇ। ਹੇਰ ਹੇਰ ਨਰਗਨ ਬਿਸਮਾਵਹਿ। ਤੇ ਦੇਖ ਦੇਖ ਕੇ ਸਭ ਵੇਖਣ ਵਾਲੇ ਲੋਕ ਹੈਰਾਨ ਹੁੰਦੇ। ਗੁਰ ਕਰ ਸਕਹਿ ਅਪਰ ਕਿਮ ਪਾਵਹਿ। ਤੇ ਇਵੇਂ ਇੱਕ ਦੂਸਰੇ ਨੂੰ ਦੱਸਦੇ ਕਿ ਇਸ ਤਰ੍ਹਾਂ ਜੋ ਧਨੁਖ ਵਿਦਿਆ ਦਾ ਅਭਿਆਸ
ਸਤਿਗੁਰੂ ਮਹਾਰਾਜ ਸਾਹਿਬ ਆਪ ਹੀ ਕਰ ਸਕਦੇ ਹੈ। ਔਰ ਇਸ ਤਰ੍ਹਾਂ ਦੀ ਵਿੱਦਿਆ ਜੋ ਹੈ ਉਹ ਆਪਣੇ ਸਿੱਖ ਸੂਰਮਿਆਂ ਨੂੰ ਸਿਖਾਉਂਦੇ ਹਨ। ਜੋ ਵਿੱਦਿਆ ਮਹਾਰਾਜ ਸਾਹਿਬ ਜੀ ਆਪ ਸਿਖਾਉਂਦੇ ਨੇ, ਐਸੀ ਵਿੱਦਿਆ ਹੋਰ ਇਕੱਲਾ ਕਿਵੇਂ ਹੋਰ ਕਿਸੇ ਮਨੁੱਖ ਤੋਂ ਕੋਈ ਪ੍ਰਾਪਤ ਕਰ ਸਕਦਾ। ਜਹ ਕਹਿ ਤੀਰਨ ਕੇਰ ਪ੍ਰਸੰਗ। ਤੇ ਜਿੱਥੇ ਕਿਤੇ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲੋਂ ਤੀਰ ਚਲਾਉਣ ਦੀਆਂ ਵਿਚਾਰਾਂ ਹੁੰਦੀਆਂ, ਪ੍ਰਗਟ ਭਇਓ ਜਗ ਮਹਿ ਰਿਪ ਭੰਗ। ਤੇ ਇਸ ਪ੍ਰਕਾਰ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਹਨ, ਵੈਰੀਆਂ ਦਾ ਨਾਸ ਕਰਨ ਵਾਲੇ, ਇਵੇਂ ਦਾ ਜੋ ਜਸ ਹੈ ਸਤਿਗੁਰੂ ਜੀ ਦਾ ਜਿੱਥੇ ਕਿਤੇ ਪ੍ਰਗਟ ਹੋ ਰਿਹਾ। ਗੁਰੂ ਬਾਨ ਕੇ ਆਨ ਸਮਾਨਾ। ਤੇ ਇਸ ਤਰ੍ਹਾਂ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਤੀਰਾਂ ਜਿਹੇ ਹੋਰ ਕਿਸੇ ਪਾਸੋਂ ਤੀਰ ਨਹੀਂ ਚਲਾਏ ਜਾ ਸਕਦੇ। ਨਹਿ ਦਿਖੀਅਤ ਵਿੱਚ ਸਰਬ ਜਹਾਨਾ। ਇਹ ਸਾਰੇ ਜਹਾਨ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਵਾਂਗ ਤੀਰ ਚਲਾਉਣ ਵਾਲਾ ਹੋਰ ਕੋਈ ਸੂਰਮਾ ਨਹੀਂ ਵੇਖੀਦਾ। ਜਹ ਕਹਿ ਸੁਨਹਿ ਸੁਨਾਵਹਿ ਕੋਈ। ਕਿ ਜਿੱਥੇ ਕਿਤੇ ਵੀ ਕੋਈ ਸੁਣਦੇ ਹਨ ਗੁਰੂ ਕਾ ਜਸ, ਤੇ ਸੁਣਾਉਣ ਵਾਲਿਆਂ ਤੋਂ ਸੁਣਦੇ ਨੇ, ਕਈ ਸੁਣਾਉਣ ਵਾਲੇ ਹੋਰਾਂ ਨੂੰ ਸੁਣਾਉਂਦੇ। ਵਿਦਿਆ ਸਰਲ ਸਲਾਹ ਹੈ ਸੋਈ। ਤੇ ਇਸ ਤਰ੍ਹਾਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਆਪਣੇ ਵੱਲੋਂ ਧਨਖ ਵਿੱਦਿਆ ਬਹੁਤ ਮਹਾਰਾਜ ਸਾਹਿਬ ਜੀ ਪ੍ਰਗਟ ਕਰਦੇ ਆ, ਸਭ ਲੋਕ ਸਲਾਹੁਤ ਕਰਦੇ। ਚੜ੍ਹੈ ਪ੍ਰਸਾਦੀ ਗਜ ਪਰ ਕਬੈ। ਵਿੱਦਿਆ ਤੋਂ ਫਿਰ ਪੜ੍ਹੋ। ਵਿਦਿਆ ਸਰਨ ਸਲਾਹ ਹੈ ਸੋਈ। ਵਿੱਦਿਆ ਸਰਨ, ਸ਼ਰਨ ਵਿੱਚ ਪੈ ਕਰਕੇ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ, ਧਨਖ ਵਿੱਦਿਆ, ਯੁੱਧ ਵਿੱਦਿਆ ਪ੍ਰਾਪਤ ਹੁੰਦੀ ਹੈ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸੋਭਾ ਕਰਦੇ ਹਨ ਸਿੱਖ ਕਿ ਸਤਿਗੁਰਾਂ ਦੀ ਸ਼ਰਨ ਦੀ ਬੇਅੰਤ ਵਡਿਆਈ ਹੈ। ਔਰ ਜੋ ਸਤਿਗੁਰੂ ਪਾਸੋਂ ਸ਼ਸਤਰ ਵਿੱਦਿਆ ਪ੍ਰਾਪਤ ਹੁੰਦੀ ਹੈ, ਕਿਸੇ ਤੋਂ ਨਹੀਂ ਮਿਲ ਸਕਦੀ। ਚੜ੍ਹੈ ਪ੍ਰਸਾਦੀ ਗਜ ਪਰ ਕਬੈ। ਤੇ ਕਦੇ ਕਦੇ ਮਹਾਰਾਜ ਸਾਹਿਬ ਜੀ ਆਪ ਪ੍ਰਸਾਦੀ ਹਾਥੀ ਉੱਪਰ ਸਵਾਰੀ ਕਰਦੇ। ਵਿੱਚ ਰਹਿ ਕਾਨਨ ਮਹਿ ਗੁਰ ਤਬੈ। ਇਹ ਸਤਿਗੁਰੂ ਜੀ ਹਾਥੀ 'ਤੇ ਸਵਾਰ ਹੋ ਕੇ ਫਿਰ ਕਦੇ ਜੰਗਲ ਵਿੱਚ ਵਿਚਰਦੇ ਹਨ। ਕਬਹੂ ਬਲੀ ਤੁਰੰਗ ਅਰੋਹੈ। ਕਦੇ ਬਲੀ ਘੋੜੇ 'ਤੇ ਸਵਾਰ ਹੁੰਦੇ। ਮੋਰ ਮਨਿੰਦ ਮੋਰ ਗਨ ਜੋ ਹੈ। ਮੋਰ ਵਾਂਗ ਮੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇਖਦੇ ਹਨ। ਘੋੜੇ 'ਤੇ ਸਵਾਰ ਹੋ ਕੇ ਇੱਧਰ ਉੱਧਰ ਮੋੜ ਕੇ ਫੇਰਦੇ ਨੇ, ਸਭ ਵੇਖਦੇ। ਕਬਹੋਂ ਮਤੰਗ ਔਰ ਜੋ ਪਾਸ। ਤੇ ਕਦੇ ਹੋਰ ਹਾਥੀ 'ਤੇ ਸਵਾਰ ਹੁੰਦੇ ਸਤਿਗੁਰੂ ਜੀ। ਤਿਸ ਪਰ ਚੜ੍ਹੈ ਅਨੇਕ ਬਿਲਾਸ। ਤੇ ਤਿਸ 'ਤੇ ਸਵਾਰ ਹੋ ਕੇ ਅਨੇਕਾਂ ਕੌਤਕ ਵਰਤਾਉਂਦੇ। ਰਾਜਨੀਤ ਵਰਤ ਹੈ ਜਿਮ ਰਾਜਾ। ਜਿਵੇਂ ਰਾਜਾ ਰਾਜਨੀਤੀ ਦੇ ਵਿੱਚ ਵਰਤਦਾ, ਨਿਤ ਬਿਰਧਾਵਹਿ ਰਾਜ ਸਮਾਜਾ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਰਾਜ ਭਾਗ ਦਾ ਸਾਜੋ ਸਮਾਨ ਔਰ ਤੇਜ ਪ੍ਰਤਾਪ ਦਿਨ ਪ੍ਰਤੀ ਦਿਨ ਵਧਾਉਂਦੇ। ਸਨੇ ਸਨੇ ਸਿੱਖ ਸੈਨ ਸਕੇਲੈ। ਤੇ ਸਹਿਜੇ ਸਹਿਜੇ ਸਿੱਖ ਸੂਰਮਿਆਂ ਦੀਆਂ ਫੌਜਾਂ ਦੀ ਗਿਣਤੀ ਵੀ ਵਧਾਉਂਦੇ। ਬਸਤਰ ਸ਼ਸਤਰ ਤੇ ਜੇ ਬਨ ਛੈਲੈ। ਤੇ ਜਿਹੜੇ ਕਿ ਸੂਰਮੇ ਸ਼ਸਤਰਾਂ ਬਸਤਰਾਂ ਨੂੰ ਸਜਾ ਕਰਕੇ ਬੜੇ ਛੈਲ ਜਵਾਨ ਜੰਗ ਵਿੱਦਿਆ ਲਈ ਯੁੱਧ ਕਰਨ ਲਈ ਤਿਆਰ ਬਰ ਤਿਆਰ ਹੁੰਦੇ। ਦੇਸ਼ ਵਿਦੇਸ਼ਨ ਤੇ ਨਰ ਆਵੈ। ਦੇਸ਼ਾਂ ਵਿਦੇਸ਼ਾਂ ਤੋਂ ਕਈ ਸੰਗਤਾਂ ਆਉਂਦੀਆਂ ਦਰਸ਼ਨ ਕਰਨ ਸਤਿਗੁਰਾਂ ਦੇ। ਆਯੁਧ ਹੈਨ ਉਪਾਇਨ ਲਿਆਵੈ। ਤੇ ਸ਼ਸਤਰ ਘੋੜੇ ਤੇ ਹੋਰ ਵੀ ਕੀਮਤੀ ਭੇਟਾਵਾਂ ਸੰਗਤ ਲਿਆਉਂਦੀ ਹੈ। ਵਧੈ ਤਬੇਲਾ ਦਿਨ ਪ੍ਰਤ ਘਨੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਘੋੜਿਆਂ ਦੇ ਤਬੇਲੇ ਵਿੱਚ ਵੀ ਵਾਧਾ ਹੁੰਦਾ ਹੈ ਦਿਨ ਪ੍ਰਤ ਦਿਨ। ਦੇਤ ਆਹਾਰ ਸਿਤਾ ਕ੍ਰਿਤ ਸਨੋ। ਘਿਓ ਤੇ ਖੰਡ ਆਦਿਕ ਦੇ ਸਮੇਤ ਆਹਾਰ ਭੋਜਨ ਆਦਿਕ ਮਹਾਰਾਜ ਸਾਹਿਬ ਜੀ ਬਖਸ਼ਦੇ। ਖੁੱਲ੍ਹੈ ਦਿਹਾਰੀ ਲੈ ਸਮੁਦਾਏ। ਤੇ ਖੁੱਲ੍ਹਾ ਜੋ ਰੋਜ਼ੀਨਾ ਹੈ, ਰੋਜ਼ੀਨੇ ਦਾ ਧਨ ਦਿਹਾੜੀਆਂ ਦਾ ਜਿਹੜੇ ਸੇਵਾਦਾਰ ਨੇ, ਨੌਕਰ ਚਾਕਰ ਨੇ, ਉਹ ਗੁਰੂ ਮਹਾਰਾਜ ਸਾਹਿਬ ਜੀ ਦੇ ਘਰੋਂ ਪ੍ਰਾਪਤ ਕਰਦੇ। ਲੋਕ ਹਜ਼ਾਰਾਂ ਲੰਗਰ ਖਾਏ। ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਣ ਕੇ ਗੁਰੂ ਘਰ ਵਿੱਚੋਂ ਪ੍ਰਸ਼ਾਦਾ ਛਕਦੇ, ਗੁਰੂ ਕੇ ਲੰਗਰ ਚੋਂ। ਦੇਹ ਭਟਨ ਕੋ ਗਿਨ ਦਰਮਾਹਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲੋਂ ਹੁਕਮ ਕਰਕੇ
ਜਿਹੜੇ ਫੌਜਾਂ ਵਿੱਚ ਸੂਰਮੇ ਸਿਪਾਹੀ ਹੈ, ਉਹਨਾਂ ਨੂੰ ਧਨ ਗਿਣ ਗਿਣ ਕਰਕੇ ਉਹਨਾਂ ਦਾ ਜੋ ਰੋਜ਼ੀਨਾ ਹੈ, ਦਰ ਮਾਹਾ ਹੈ, ਭਾਵ ਕਿ ਮਹੀਨੇ ਮਹੀਨੇ ਦੀ ਜੋ ਤਨਖਾਹ ਹੈ, ਉਹ ਸਭ ਵਿੱਚ ਵੰਡੀ ਜਾਂਦੀ। ਕਰਹਿ ਨੌਕਰੀ ਜੇ ਗੁਰ ਪਾਹਾ, ਤੇ ਜਿਹੜੇ ਨੌਕਰੀ ਕਰਦੇ ਨੇ ਗੁਰਾਂ ਦੇ ਪਾਸ, ਉਹ ਤਨਖਾਹਾਂ ਪਾਉਂਦੇ। ਨਰ ਗਨ ਲੈ ਕੁਟੰਬ ਕੋ ਆਏ, ਤੇ ਇਸ ਤਰ੍ਹਾਂ ਕਈ ਹੋਰ ਵੀ ਲੋਕ ਆਪਣੇ ਪਰਿਵਾਰਾਂ ਸਮੇਤ ਆ ਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਰਹਿਣ ਲੱਗ ਪਏ। ਬਸਹਿ ਅਨੰਦਪੁਰ ਮੈਂ ਸੁਖ ਪਾਏ, ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਆਣ ਕੇ ਵਸ ਕੇ ਸੁਖ ਪਾਉਂਦੇ। ਰਹਿ ਪੌਰ ਪਰ ਭੀਰ ਕਨੇਰੀ, ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਤੇ ਸੰਗਤਾਂ ਦਾ ਬਹੁਤ ਇਕੱਠ ਰਹਿੰਦਾ। ਦਰਸ਼ਨ ਦੇ ਨਿਕਸਹਿ ਕਿਸ ਬੇਰੀ, ਤੇ ਕਈ ਆ ਕੇ ਉਡੀਕ ਕਰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਕਦੋਂ ਬਾਹਰ ਨਿਕਲ ਕਰਕੇ ਬਾਹਰ ਸੰਗਤਾਂ ਵਿੱਚ ਸਿੰਘਾਸਣ ਉੱਪਰ ਸੱਜ ਕੇ ਦਰਸ਼ਨ ਬਖਸ਼ਣ। ਸੰਗਤ ਬਹੁ ਇਕੱਠੀ ਹੋਏ ਜਾਏ, ਜਦੋਂ ਬਹੁਤੀ ਸੰਗਤ ਇਕੱਠੀ ਹੋ ਜਾਂਦੀ, ਦੇਸ਼ ਵਿਦੇਸ਼ਨ ਤੇ ਚੱਲ ਆਏ, ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਜੋ ਪਹੁੰਚਦੇ ਸਤਿਗੁਰਾਂ ਪਾਸ, ਕਰ ਕੋ ਜੋਰ ਮੇਵਰਾ ਕਹੈ, ਤੇ ਤਿਨਾਂ ਵੱਲੋਂ ਦੋਵੇਂ ਹੱਥ ਜੋੜ ਕੇ ਮੇਵੜਾ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਤਿਨਾਂ ਦੀ ਅਰਦਾਸ ਬੇਨਤੀ ਸੰਗਤ ਦੀ ਕਰਦਾ। ਸਿੱਖ ਗਨ ਮਿਲੇ ਦਰਸ ਕੋ ਚਹੈ, ਤੇ ਜਦੋਂ ਬਾਹਰ ਸੰਗਤ ਇਕੱਠੀ ਹੋ ਜਾਂਦੀ ਹੈ, ਜਿੱਥੇ ਆਪਣੇ ਨਿਵਾਸ ਅਸਥਾਨ ਵਿੱਚ ਸਤਿਗੁਰੂ ਜੀ ਸੁਭਾਏਮਾਨ ਨੇ, ਉੱਥੇ ਜਾ ਕੇ ਮੇਵੜਾ ਸਿੱਖ ਬੇਨਤੀ ਕਰਦਾ ਏ ਕਿ ਮਹਾਰਾਜ ਸੱਚੇ ਪਾਤਸ਼ਾਹ, ਬਹੁਤ ਸੰਗਤਾਂ ਇਕੱਠੀਆਂ ਹੋ ਗਈਆਂ ਹੈ, ਤੁਹਾਡੇ ਦਰਸ਼ਨਾਂ ਦੀ ਉਡੀਕ ਵਿੱਚ ਹਨ, ਆਪ ਕਿਰਪਾ ਕਰਕੇ ਬਾਹਰ ਸੰਗਤਾਂ ਵਿੱਚ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਵਿੱਚ ਸਿੰਘਾਸਣ ਉੱਪਰ ਸੱਜ ਕੇ ਮਹਾਰਾਜ ਸਾਹਿਬ ਦਰਸ਼ਨ ਬਖਸ਼ੋ। ਦੋਏ ਤ੍ਰੈ ਬਾਰ ਕਰਹਿ ਸੁਧ ਆਛੇ, ਤੇ ਇੱਕ ਦੋ ਵਾਰ, ਦੋ ਤਿੰਨ ਵਾਰ ਆਣ ਕੇ ਜਦੋਂ ਵਾਰ-ਵਾਰ ਬੇਨਤੀ ਕਰਦਾ ਹੈ ਮੇਵੜਾ ਸਿੱਖ ਸਤਿਗੁਰਾਂ ਨੂੰ, ਜਗਤ ਆਪ ਕੇ ਦਰਸ਼ਨ ਬਾਂਛੇ, ਇਵੇਂ ਬੇਨਤੀ ਕਰਦਾ ਮਹਾਰਾਜ, ਜਗਤ ਤੁਹਾਡੇ ਦਰਸ਼ਨਾਂ ਨੂੰ ਲੋਚਦਾ। ਬਸਤਰ ਸ਼ਸਤਰ ਕੋ ਭਲੇ ਸਜਾਵੈ, ਤਾਂ ਸਤਿਗੁਰੂ ਜੀ ਬੇਨਤੀ ਪ੍ਰਵਾਨ ਕਰਕੇ ਸ਼ਸਤਰ ਬਸਤਰ ਆਪਣੇ ਪਾਵਨ ਸਰੀਰ ਤੇ ਪਹਿਨ ਕੇ ਸ਼੍ਰੀ ਸਤਿਗੁਰ ਫਿਰ ਬਾਹਿਰ ਆਵੈ, ਸਤਿਗੁਰੂ ਮਹਾਰਾਜ ਸਾਹਿਬ ਜੀ ਘਰ ਤੋਂ ਬਾਹਰ ਆਉਂਦੇ। ਸੁੰਦਰ ਸਦਨ ਸਭਾ ਕੋ ਜਹਾਂ, ਤੇ ਜਿੱਥੇ ਸਭਾ ਅਸਥਾਨ ਸੋਹਣਾ ਘਰ ਅਸਥਾਨ ਬਣਿਆ ਹੋਇਆ, ਬੈਠ ਸਿੰਘਾਸਨ ਸ਼ੁਭ ਹੈ ਤਹਾਂ, ਦੀਵਾਨ ਸਜਾਉਣ ਵਾਸਤੇ, ਉੱਥੇ ਸਿੰਘਾਸਣ ਉੱਪਰ ਸਤਿਗੁਰੂ ਸਾਹਿਬ ਜੀ ਬੈਠ ਕਰਕੇ ਸ਼ੋਭਦੇ। ਉਮੜਹਿ ਸੰਗਤ ਕਈ ਹਜ਼ਾਰਾਂ, ਤੇ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਚੱਲ ਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ। ਅਨਕ ਅਕੋਰਨ ਜੁਤ ਹਥਿਆਰਾ, ਤੇ ਹਥਿਆਰਾਂ ਸਮੇਤ ਅਨੇਕਾਂ ਹੀ ਭੇਟਾਵਾਂ ਸੰਗਤ ਨੇ ਲਿਆ ਕੇ ਅਰਪੀਆਂ। ਦਰਬ ਤੁਰੰਗ ਵਿਭੂਖਨ ਚੀਰ, ਕਈਆਂ ਨੇ ਜਿੰਨਾ ਜਿੰਨਾ ਕਿਸੇ ਕੋਲ ਧਨ ਹੈ ਉਹ ਧਨ ਅਰਪਿਆ ਏ, ਤੇ ਕਈ ਘੋੜੇ ਲੈ ਕੇ ਆਏ ਹੈ, ਤਿਨਾਂ ਨੇ ਘੋੜੇ ਮਹਾਰਾਜ ਸਾਹਿਬ ਜੀ ਦੀ ਭੇਟਾ ਕੀਤੇ ਹੈ। ਔਰ ਕਈਆਂ ਦੇ ਪਾਸ ਗਹਿਣੇ ਆਦਿਕ ਨੇ, ਹੋਰ ਕੀਮਤੀ ਵਸਤਰ ਆਦਿਕ ਖਰੀਦ ਕੇ ਲਿਆਂਦੇ ਆ, ਉਹ ਵੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਭੇਟ ਚੜਾ ਰਹੇ। ਅਰਪ ਹੈ ਆਨ ਗੁਰੂ ਕੇ ਤੀਰ, ਸਤਿਗੁਰਾਂ ਦੇ ਪਾਸ ਆਣ ਕੇ ਭੇਟਾਵਾਂ ਅਰਪਣ ਕੀਤੀਆਂ ਜਾ ਰਹੀਆਂ। ਜਸ ਜਸ ਧਰੈ ਕਾਮਨਾ ਆਵੈ, ਜਿਸ ਜਿਸ ਤਰ੍ਹਾਂ ਦੀ ਕਾਮਨਾ ਸ਼ੁਭ ਭਾਵਨਾ ਧਾਰ ਕੇ ਕੋਈ ਆ ਰਹੇ, ਦਰਸ਼ਨ ਕਰਹਿ ਸਕਲ ਸੋ ਪਾਵੈ, ਦਰਸ਼ਨ ਕਰਕੇ ਆਪਣੀਆਂ ਸ਼ੁਭ ਕਾਮਨਾਵਾਂ ਸਭ ਪੂਰੀਆਂ ਕਰਾਉਂਦੇ। ਧਨ ਦਸੌਂਦ ਕੋ ਅਨ ਹੈ ਕੋਏ, ਆਪਣੇ ਧਨ ਦਾ ਦਸਵੰਧ ਕਈ ਲਿਆ ਕੇ ਅਰਪਦੇ ਹੈ, ਕਿਉਂਕਿ ਸਾਧ ਸੰਗਤ ਗੁਰੂ ਕੇ ਸਿੱਖ ਵਾਸਤੇ ਗੁਰੂ ਕਾ ਹੁਕਮ ਹੈ ਕਿ ਜਿੰਨੀ ਕੋ ਕਿਰਤ ਕਮਾਈ ਹੋਵੇ, ਆਮਦਨ ਹੋਵੇ, ਤਿਸ ਵਿੱਚੋਂ 10ਵਾਂ ਹਿੱਸਾ ਗੁਰੂ ਲੇਖੇ ਅਰਪਣ ਕਰਨਾ ਹੈ, ਦਸਵੰਧ ਗੁਰੂ ਕਾ ਜ਼ਰੂਰ ਕੱਢਣਾ ਹੈ। ਇਸ ਲਈ ਜਿਨ੍ਹਾਂ ਜਿਨ੍ਹਾਂ ਨੇ ਦਸਵੰਧ ਆਪਣੀ ਕਿਰਤ ਕਮਾਈ ਵਿੱਚੋਂ ਇਕੱਠਾ ਕੀਤਾ, ਉਹ ਲੈ ਕੇ ਆਉਂਦੇ ਸਤਿਗੁਰਾਂ ਪਾਸ। ਕਿਤਕ ਚਹਿਤ ਗੁਰ ਦਰਸ਼ਨ ਹੋਏ, ਤੇ ਕਈ ਦਰਸ਼ਨਾਂ ਦੇ ਅਭਿਲਾਖੀ ਦਰਸ਼ਨ ਕਰਨ ਵਾਸਤੇ ਆਉਂਦੇ ਆ। ਦੇਤ ਖੁਸ਼ੀ ਕੋ ਕਰਹਿ ਨਿਹਾਲ, ਤੇ ਸਤਿਗੁਰੂ ਜੀ ਖੁਸ਼ੀਆਂ ਬਖਸ਼ਿਸ਼ ਕਰਕੇ ਤਿਨਾਂ ਨੂੰ ਨਿਹਾਲ ਕਰਦੇ। ਜਿਤ ਕਿਤ ਫੈਲਿਓ ਸੁਜਸ ਵਿਸਾਲ, ਜਿੱਥੇ ਕਿਤੇ ਵੀ
ਮਹਾਰਾਜ ਸਾਹਿਬ ਜੀ ਦੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਕੇ ਜਾਂਦੀਆਂ ਹੈ। ਹੋਰਾਂ ਸੰਗਤਾਂ ਨੂੰ ਵੀ ਗੁਰੂ ਕੀ ਵਡਿਆਈ ਸੁਣਾਉਂਦੀਆਂ। ਗੁਰੂ ਕਾ ਬਹੁਤਾ ਜਸ ਸਭ ਦੇਸ਼ਾਂ ਵਿਦੇਸ਼ਾਂ ਵਿੱਚ ਫੈਲਿਆ। ਰਾਜ ਸਾਜ ਸਤਿਗੁਰ ਘਰ ਆਇਓ। ਤੇ ਇਸ ਤਰ੍ਹਾਂ ਸੰਗਤਾਂ ਕਹਿੰਦੀਆਂ ਨੇ ਕਿ ਜੋ ਰਾਜ ਸਾਜ ਹੈ, ਰਾਜ ਭਾਗ ਵਾਲਾ ਜਿੰਨਾ ਵੀ ਜਸ ਹੈ ਨਾ, ਰਾਜਿਆਂ ਮਹਾਰਾਜਿਆਂ ਪਾਤਸ਼ਾਹਾਂ ਵਾਲਾ, ਇਹ ਗੁਰੂ ਘਰ ਦਾ ਜਸ ਹੁਣ ਐਸਾ ਪ੍ਰਗਟ ਹੋ ਰਿਹਾ। ਸਕਲ ਸਮਾਜ ਭਲੇ ਬਿਰਧਾਇਓ। ਭਲੀ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਜਿਹੜਾ ਰਾਜਿਆਂ ਪਾਤਸ਼ਾਹਾਂ ਵਾਲਾ ਸਾਰਾ ਸਮਾਜ ਹੈ, ਫੌਜਾਂ ਨੇ ਸੂਰਮਿਆਂ ਦੀਆਂ, ਔਰ ਬਹਾਦਰ ਸੂਰਮੇ ਸੈਨਾਪਤੀ ਯੋਧੇ ਹੈ, ਸ਼ਸਤਰ ਧਾਰੀ, ਉਹ ਸਤਿਗੁਰਾਂ ਤਿਆਰ ਕੀਤੇ। ਨਹੀਂ ਤਾਂ ਹੋਰ ਹਕੂਮਤ ਦੇ ਜਿਹੜੇ ਪਾਤਸ਼ਾਹ ਹੋਏ ਆ, ਤਿੰਨਾਂ ਤੋਂ ਡਰਦੇ ਹੋਏ ਲੋਕ ਹਾਕਮ ਜਿਹੜੇ ਆ, ਉਹ ਇਸ ਤਰ੍ਹਾਂ ਆਪਣੀਆਂ ਫੌਜਾਂ ਨਹੀਂ ਸੀ ਕੋਈ ਵੀ ਤਿਆਰ ਕਰ ਸਕਦਾ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਵਡਿਆਈ ਹੈ ਔਰ ਸਤਿਗੁਰਾਂ ਦੀ ਸੁਤੰਤਰਤਾ ਹੈ। ਕਿਸੇ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਕਾਨ ਕਰੋੜ ਨਹੀਂ ਕੀਤੀ ਕਿ ਹਕੂਮਤ ਦੇ ਜਿਹੜੇ ਪਾਤਸ਼ਾਹ ਜਿਨ੍ਹਾਂ ਦੇ ਦੇਸ਼ ਵਿੱਚ ਅਸੀਂ ਰਹਿ ਰਹੇ ਹਾਂ, ਉਹ ਕੀ ਆਖਣਗੇ ਕਿ ਆਪਣੀਆਂ ਫੌਜਾਂ ਤਿਆਰ ਕਰੀ ਜਾਂਦੇ ਆ। ਭਾਵੇਂ ਉਹਨਾਂ ਨੇ ਬਹੁਤ ਬੁਰਾ ਮਨਾਇਆ ਇਸ ਸਮੇਂ ਦੀ ਹਕੂਮਤ ਦੇ ਪਾਤਸ਼ਾਹਾਂ, ਸੂਬਿਆਂ, ਅਹਿਲਕਾਰਾਂ, ਲੋਕਾਂ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ। ਇਵੇਂ ਸੰਗਤਾਂ ਵਿੱਚ ਗੁਰੂ ਕਾ ਜਸ ਪ੍ਰਗਟ ਹੋਇਆ ਕਿ ਮਹਾਰਾਜ ਸਾਹਿਬ ਜੀ ਨੇ ਰਾਜ ਭਾਗ ਦਾ ਸਾਜੋ ਸਮਾਨ ਸਾਰਾ ਪਾਤਸ਼ਾਹਾਂ ਵਾਲਾ ਬਹੁਤਾ ਵਧਾਇਆ ਹੈ। ਦੋਹਰਾ ਇਸ ਪ੍ਰਕਾਰ ਸ਼੍ਰੀ ਸਤਿਗੁਰੂ। ਇਸ ਤਰ੍ਹਾਂ ਸ੍ਰੀ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਕਲਗੀਧਰ ਜੀ ਕਰਤ ਅਨੇਕ ਬਿਲਾਸ। ਅਨੇਕਾਂ ਕੌਤਕ ਵਰਤਾਉਂਦੇ ਰਚਦੇ ਹਨ ਸਤਿਗੁਰੂ ਜੀ। ਕਰੀ ਪ੍ਰਸਾਦੀ ਪਰ ਚੜ੍ਹੈ। ਤੇ ਜਿਹੜਾ ਪ੍ਰਸਾਦੀ ਹਾਥੀ ਹੈ, ਰਾਜੇ ਰਤਨ ਰਾਏ ਨੇ ਭੇਟਾ ਕੀਤਾ ਹੈ, ਤਿਸ ਉੱਪਰ ਸਵਾਰ ਹੁੰਦੇ ਸਤਿਗੁਰੂ ਜੀ। ਮਹਿਦ ਸ਼ਿੰਗਾਰੈ ਤਾਸ। ਤੇ ਤਿਸ ਨੂੰ ਬਹੁਤਾ ਸ਼ਿੰਗਾਰ ਕੇ ਸੇਵਕ ਮਹਾਰਾਜ ਸਾਹਿਬ ਜੀ ਦੇ ਪਾਸ ਲਿਆਉਂਦੇ ਨੇ ਹਾਥੀ ਨੂੰ। ਚੌਪਈ ਬਨ ਮਹਿ ਵਿੱਚ ਰਹਿ ਪੁੰਨਪੁਰ ਆਵਹਿ। ਤੇ ਜੰਗਲ ਵਿੱਚ ਵਿਚਰ ਕਰਕੇ ਫਿਰ ਮਹਾਰਾਜ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਆ ਜਾਂਦੇ। ਅਨਕ ਅਖੇਰ ਘਾਤ ਕਰ ਲਿਆਵਹਿ। ਤੇ ਅਨੇਕਾਂ ਹੀ ਸ਼ਿਕਾਰ ਮਾਰ ਕੇ ਲਿਆਉਂਦੇ। ਜਿਨ ਜੀਵਨ ਕੇ ਪੁੰਨ ਪ੍ਰਕਾਸ਼ੇ। ਤੇ ਕਵੀ ਜੀ ਹੁਣ ਦੱਸਦੇ ਆ ਕਿ ਐਵੇਂ ਲੋਕਾਂ ਵਾਂਗੂ ਜਿਹੜੇ ਸ਼ਿਕਾਰੀ ਲੋਕ ਹੈ, ਜੀਵਾਂ ਨੂੰ ਮਾਰਦੇ ਤੁਰੇ ਫਿਰਦੇ ਆ। ਮਹਾਰਾਜ ਸਾਹਿਬ ਜੀ ਦੀ ਰੀਸ ਕਰਨ ਵਾਲੇ ਵੀ ਕਈ ਹੈ ਕਿ ਅਸੀਂ ਵੀ ਸ਼ਿਕਾਰ ਖੇਡਦੇ ਹਾਂ, ਅਸੀਂ ਵੀ ਜੀਵਾਂ ਨੂੰ ਫਿਰ ਮਾਰਦੇ ਹਾਂ ਜੇ ਮਾਰਨ ਨੇ ਮਾਰੇ। ਪਰ ਕਵੀ ਜੀ ਨਾਲ ਦੱਸਦੇ ਆ ਕਿ ਭਾਈ ਸੁਣੋ, ਜਿਨ ਜੀਵਨ ਕੇ ਪੁੰਨ ਪ੍ਰਕਾਸ਼ੇ। ਤੇ ਜਿਨ੍ਹਾਂ ਜੀਵਾਂ ਦੇ ਪੁੰਨ ਪ੍ਰਗਟ ਹੁੰਦੇ ਹਨ, ਸਤਿਗੁਰ ਹਾਥ ਬਨਹਿ ਤਿਨ ਨਾਸ਼ੇ। ਤੇ ਉਹਨਾਂ ਦਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹੱਥੋਂ ਸੰਘਾਰ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਦਾ ਸ਼ਿਕਾਰ ਕਰਦੇ ਆ। ਜਾਣੋ ਕਿ ਜਿਨ੍ਹਾਂ ਦੇ ਪੂਰਬਲੇ ਭਾਗ ਕਵੀ ਜੀ ਦੱਸਦੇ ਆ ਕਿ ਜਾਗਦੇ ਨੇ, ਸਤਿਗੁਰੂ ਮਹਾਰਾਜ ਸਾਹਿਬ ਜੀ ਤਿਨਾਂ ਨੂੰ ਆਪਣੇ ਹੱਥਾਂ ਨਾਲ ਜੂਨਾਂ ਤੋਂ ਮੁਕਤ ਕਰਦੇ ਹਨ ਮਾਰ ਕੇ। ਤੇਜ ਤੁਰੰਗਮ ਪਰ ਆਰੋਹੈ। ਤੇ ਤੇਜ ਬਲਵਾਨ ਘੋੜੇ ਤੇ ਮਹਾਰਾਜ ਸਾਹਿਬ ਜੀ ਆਪ ਸਵਾਰ ਹੁੰਦੇ। ਚਲਤ ਫੰਦਾਵਤ ਮ੍ਰਿਗ ਜਿਮ ਸੋਹੈ। ਤੇ ਜਿਵੇਂ ਕਿ ਹਰਨ ਛਾਲਾਂ ਲਗਾਉਂਦਾ ਹੋਇਆ ਤੇਜ਼ ਰਫ਼ਤਾਰ ਵਿੱਚ ਸੋਭਦਾ ਨਾ, ਇਸ ਪ੍ਰਕਾਰ ਬਹੁਤੀ ਦੌੜ ਕਢਾਉਂਦੇ ਹਨ ਮਹਾਰਾਜ ਸਾਹਿਬ ਜੀ ਜਿਸ ਘੋੜੇ ਤੇ ਸਵਾਰ ਹੁੰਦੇ ਉਸ ਦੀ। ਬਹੁ ਸ਼ਸਤਰਨ ਅਭਿਆਸ ਕਮਾਵਹਿ। ਤੇ ਸ਼ਸਤਰਾਂ ਦਾ ਬਹੁਤਾ ਅਭਿਆਸ ਆਪ ਕਰਦੇ ਤੇ ਸਿੱਖ ਸੂਰਮਿਆਂ ਤੋਂ ਕਰਾਉਂਦੇ। ਨਰ ਢਿਗ ਵਰਤੀ ਕੋ ਸਿਖਰਾਵਹਿ। ਤੇ ਜਿਹੜੇ ਢਿਗ ਵਰਤੀ ਹਨ, ਨਿਕਟਵਰਤੀ ਨੇ, ਨੇੜੇ ਰਹਿਣ ਵਾਲੇ ਹਨ ਸਿੱਖ ਸੂਰਮੇ, ਤਿਨਾਂ ਨੂੰ ਹੀ ਵਿਹਲਿਆਂ ਨਹੀਂ ਰਹਿਣ ਦਿੰਦੇ ਮਹਾਰਾਜ ਸਾਹਿਬ, ਤਿਨਾਂ ਨੂੰ ਵੀ ਸ਼ਸਤਰ ਵਿਦਿਆ ਦਾ ਅਭਿਆਸ ਕਰਾਉਂਦੇ ਆ। ਤੋਮਰ ਤੀਰ ਤੁਪਕ ਤਰਵਾਰ। ਤੇ ਤੋਮਰ ਬਰਛੇ ਚਲਾਉਂਦੇ ਹਨ ਔਰ ਧਨੁਖ ਦੇ ਵਿੱਚ ਚਿੱਲੇ ਵਿੱਚ ਜੜ ਕੇ ਤੀਰ ਚਲਾਉਣ ਦਾ ਅਭਿਆਸ ਕਰਾਉਂਦੇ ਹੈ। ਬੰਦੂਕਾਂ ਚਲਵਾਉਣ ਦਾ ਔਰ ਤੇਗਾਂ ਚਲਾਉਣ ਦਾ ਅਭਿਆਸ ਕਰਵਾਉਂਦੇ ਸਤਿਗੁਰੂ ਜੀ। ਤਬਰ ਤਮਾਂਚੇ ਤੇਗੇ ਚਾਰ। ਤੇ ਤਵਰ ਕੁਹਾੜੇ ਵੀ ਚਲਵਾਉਂਦੇ ਹਨ ਮਹਾਰਾਜ ਸਾਹਿਬ ਜੀ। ਪਿਸਤੌਲ ਚਲਾਉਣ ਦਾ ਅਭਿਆਸ ਸਿਖਾਉਂਦੇ ਹਨ ਔਰ ਸੁੰਦਰ ਤੇਗਿਆਂ ਦੇ ਵਾਰ ਕਰਨ ਦਾ ਤੇ ਰੋਕਣ ਦਾ ਅਭਿਆਸ ਕਰਾਉਂਦੇ। ਬਖਸ਼ਹਿ ਸੁਬਟਨ ਕੋ ਹਰ ਖਾਵਹਿ। ਤੇ ਇਸ ਪ੍ਰਕਾਰ ਦੇ ਜਿਹੜੇ ਸ਼ਸਤਰ ਹੈ ਨਾ, ਤੋਮਰ, ਬਰਛੇ, ਤੀਰ, ਬੰਦੂਕਾਂ, ਤੇਗਾਂ, ਤਲਵਾਰਾਂ, ਕੁਹਾੜੇ ਆਦਿਕ
ਜਿਨ੍ਹਾਂ ਦੇ ਅੱਜ ਕੱਲ੍ਹ ਕਈਆਂ ਨੂੰ ਨਾਮ ਵੀ ਵਿਸਰਦੇ ਜਾ ਰਹੇ ਕਿ ਕੁਹਾੜਾ ਵੀ ਹੁੰਦਾ ਹੈ ਸ਼ਸਤਰ ਜੰਗ ਦੇ ਵਿੱਚ ਚਲਾਉਣ ਵਾਲੇ ਇਸ ਪ੍ਰਕਾਰ ਦੇ। ਸੋ ਇਸ ਤਰ੍ਹਾਂ ਦੇ ਜਿਹੜੇ ਪੁਰਾਤਨ ਸ਼ਸਤਰ ਹੈ ਵਿਰਲੇ ਵਿਰਲੇ ਨਿਹੰਗ ਸਿੰਘਾਂ ਦੇ ਕੋਲ ਹੁੰਦੇ ਹਨ, ਆਪਣੇ ਕੋਲ ਸਜਾ ਕੇ ਰੱਖਦੇ ਆ ਸ਼ੌਂਕ ਨਾਲ, ਔਰ ਅਭਿਆਸ ਵੀ ਇਹਨਾਂ ਦਾ ਕਰਦੇ, ਨਿਰਾ ਦਿਖਾਵੇ ਵਾਸਤੇ ਨਹੀਂ। ਸੋ ਕਵੀ ਜੀ ਦੱਸਦੇ ਕਿ ਐਸੇ ਸ਼ਸਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕਰਕੇ ਤਿਨਾਂ ਨੂੰ ਪ੍ਰਸੰਨ ਕਰਦੇ। ਆਪ ਚਲਾਏ ਤਿਨਹੋਂ ਦਿਖਰਾਵਹਿ, ਤੇ ਆਪ ਚਲਾ ਕੇ ਦਿਖਾਉਂਦੇ ਆ। ਦੱਸਦੇ ਨੇ ਕਿ ਇਸ ਪ੍ਰਕਾਰ ਇਸ ਸ਼ਸਤਰ ਨੂੰ ਚਲਾਉਣਾ ਅਦਕ ਸੂਰਤਾ ਕਰਹਿ ਸਰਾਹਿਨ, ਤੇ ਫਿਰ ਸੂਰਬੀਰਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯੁੱਧ ਵਿਦਿਆ ਦੀ, ਸ਼ਸਤਰ ਵਿਦਿਆ ਦੇ ਅਭਿਆਸ ਦੀ ਸਿੱਖ ਸੂਰਮੇ ਸਲਾਹੁਣਾ ਕਰਦੇ। ਲਰਕਤ ਹੋਏ ਲੋਕ ਭਟ ਬਾਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸੂਰਬੀਰਤਾ ਦੀ ਸਿਫਤ ਸਲਾਹ ਕਰਕੇ ਸੂਰਮਿਆਂ ਨੂੰ ਸੁਣਾਉਂਦੇ ਆ ਕਿ ਭਾਈ ਜਿਹੜਾ ਸੂਰਮਾ ਬਣੇ ਨਾ, ਜੋ ਬਹਾਦਰ ਸੂਰਬੀਰ ਯੋਧਾ ਹੋਵੇ, ਤੇ ਉਸ ਦੀਆਂ ਦੋਹਾਂ ਬਾਹਾਂ ਦੇ ਨਾਲ ਜਾਣੋ ਕਿ ਜੋ ਦੋਹਾਂ ਲੋਕਾਂ ਦਾ ਹੀ ਸੁੱਖ ਜੋ ਹੈ ਉਹ ਲਟਕ ਰਿਹਾ, ਲਮਕ ਰਿਹਾ ਹੈ। ਵਿਜੈ ਕਰਹਿ ਭੂਤਲ ਸੁਖ ਭੋਗਹਿ, ਤੇ ਜਿਹੜਾ ਫਤਿਹ ਪ੍ਰਾਪਤ ਕਰੇ ਨਾ ਜੰਗ ਦੇ ਮੈਦਾਨ ਵਿੱਚ, ਬਹਾਦਰ ਸੂਰਮਾ ਬਣ ਕੇ ਧਰਮ ਦਾ ਯੁੱਧ ਕਰਕੇ ਫਤਿਹ ਪ੍ਰਾਪਤ ਕਰਕੇ ਉਹ ਸੰਸਾਰ ਦੇ ਵਿੱਚ ਫਿਰ ਰਾਜ ਭਾਗ ਦਾ ਸੁਖ ਮਾਣਦਾ ਹੈ। ਰਨ ਕਰ ਮਰਹਿ ਜਾਤ ਸੁਰ ਲੋਗਹਿ, ਤੇ ਜੇ ਜੰਗ ਦੇ ਮੈਦਾਨ ਵਿੱਚ ਜੰਗ ਕਰਕੇ ਸ਼ਹੀਦੀ ਪਾ ਜਾਵੇ ਤਾਂ ਫਿਰ ਉਹ ਸਵਰਗ ਲੋਕ ਨੂੰ ਜਾਂਦਾ ਹੈ। ਸੋ ਜਿਹੜੇ ਸ਼ਹਿਦ ਕਾਮਨਾ ਵਾਲੇ ਹਨ ਉਹ ਸਵਰਗ ਲੋਕ ਦੇ ਸੁੱਖਾਂ ਨੂੰ ਪ੍ਰਾਪਤ ਕਰਦੇ ਹਨ, ਔਰ ਜਿਹੜੇ ਕਾਮਨਾਵਾਂ ਤੋਂ ਰਹਿਤ ਨਿਸ਼ਕਾਮ ਗੁਰੂ ਘਰ ਦੇ ਵਿੱਚੋਂ ਸਿੱਖ ਸੂਰਮੇ ਤਿਆਰ ਬਰ ਤਿਆਰ ਹੋ ਕੇ ਧਰਮ ਯੁੱਧ ਖਾਤਰ ਲੜਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ, ਕਾਮਨਾਵਾਂ ਤੋਂ ਰਹਿਤ ਹੋ ਕੇ ਤਿੰਨਾਂ ਨੂੰ ਸੱਚਖੰਡ ਦੀ ਗੁਰਪੁਰੀ ਦੀ ਪ੍ਰਾਪਤੀ ਹੁੰਦੀ। ਤਹਾਂ ਅਨੇਕ ਆਨੰਦ ਮਿਲੈ ਹੈ, ਤੇ ਉਥੇ ਵੀ ਉਹਨਾਂ ਨੂੰ ਜਿੱਥੇ ਕਿ ਜੋ ਸਹਿਤ ਕਾਮਨਾਵਾਂ ਦੇ ਜਿਹੜੇ ਸ਼ਹੀਦੀਆਂ ਪਾਉਂਦੇ ਆ, ਅੱਗੇ ਪਰਲੋਕ ਵਿੱਚ ਘਣੇ ਆਨੰਦ ਪ੍ਰਾਪਤ ਹੁੰਦੇ ਉਹਨਾਂ ਨੂੰ। ਸੁਜਸ ਬਿਲੰਦ ਸਭਨ ਮਹਿ ਪੈ ਹੈ, ਤੇ ਸਭਨਾਂ ਵਿੱਚ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਬਹੁਤਾ ਜਸ ਸੂਰਮੇ ਬਲੀ ਬਹਾਦਰ ਧਰਮ ਯੁੱਧ ਹਿੱਤ ਲੜ ਕੇ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਖੱਟਦੇ ਹਨ। ਦੇਸ਼ ਵਿਦੇਸ਼ਨ ਸੰਗਤ ਆਵਹਿ, ਤੇ ਇਸ ਪ੍ਰਕਾਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਸਤਿਗੁਰਾਂ ਪਾਸ। ਦਰਸ ਹੈ ਮਨੋ ਕਾਮਨਾ ਪਾਵਹਿ, ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੀਆਂ ਔਰ ਮਨ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਾਉਂਦੀਆਂ ਹਨ ਸੰਗਤਾਂ। ਇੱਥੋਂ ਤੱਕ ਸਾਧ ਸੰਗਤ ਸਮੇਂ ਅਨੁਸਾਰ ਕਥਾ ਵਿਚਾਰ ਹੋਈ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਇਤਿਹਾਸ ਦੀ ਕਥਾ ਵਿਚਾਰ ਸੁਣਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਧ ਸੰਗਤ ਕਿਰਪਾ ਕਰਕੇ ਸਮੱਤ ਬਖਸ਼ਿਸ਼ ਕਰਨੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਰਹਿਮਤਾਂ ਕਰਨ, ਆਪਣੇ ਪਾਵਨ ਪਵਿੱਤਰ ਇਤਿਹਾਸ ਤੋਂ ਸਾਨੂੰ ਸਭ ਨੂੰ ਆਪਣੇ ਸਤਿਗੁਰੂ ਕਲਗੀਧਰ ਪਾਤਸ਼ਾਹ ਉੱਪਰ ਪੂਰਨ ਨਿਸ਼ਚਾ ਬਖਸ਼ਿਸ਼ ਕਰਨ ਜੀ। ਤਹਾਂ ਅਨੇਕ ਆਨੰਦ ਮਿਲੈ ਹੈ, ਸੁਜਸ ਬਿਲੰਦ ਸਭਨ ਮਹਿ ਪੈ ਹੈ। ਦੇਸ਼ ਵਿਦੇਸ਼ਨ ਸੰਗਤ ਆਵਹਿ, ਦਰਸ ਹੈ ਮਨੋ ਕਾਮਨਾ ਪਾਵਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।